ਤੁਸੀਂ ਵੇਖ ਰਹੇ ਹੋ BBC ਪੰਜਾਬ TV। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ। ਆਸਾ ਬਾਣੀ ਸ਼੍ਰੀ ਰਵਿਦਾਸ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ। ਪੰਚ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ। ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ। ਮਾਨੁਖਾ ਅਵਤਾਰ ਦੁਰਲਭ ਤੇਹੀ ਸੰਗਤ ਪੋਚ। जिया जंत जहाँ जहाँ लग कर्म के बस जाए। काल फास अबद लागे कछु न चले उपाय। रविदास दास उदास तज भ्रम। रविदास दास उदास तज भ्रम। तपन तप गुर ज्ञान भगत जन भै हरन। परमानंद करो निधान। गुरु रूप गुरु प्यारी साध संगत जी ते परम सन्मानयोग खालसा जीओ। ये पावन बाणी सतगुरु रविदास जी महाराज धन गुरु ग्रंथ साहब सच्चे पातशाह जी महाराज जी दे बाणीकार जी वल्लों उचारी गई है ते धन गुरु ग्रंथ साहब सच्चे पातशाह जी महाराज जी दे अंग 486 ते सुशोभित है। साध संगत जी, मनुख नूं परमात्मा की सर्वोत्तम रचना मन्निया गया है। मनुख नूं केवल अपने ही भले ते बुरे नूं सोचण ते समझण दी शक्ति मिली है, परमात्मा वल्लों ताकत मिली है। गुरबाणी दे अनुसार मनुखा जन्म एक ऐसा अवसर, एक ऐसा मौका है जिस विच मनुख परमात्मा का सिमरन करता है ते उस नाल अभेदता प्राप्त करता है। इउं मनुख जिहड़ा आ वो अपने जीवन नूं सफला करता है, अपने जीवन मनोरथ नूं पूरा करता है। गुरबाणी का फरमान है, राग आसा दे विच गुरु अर्जन साहब सच्चे पातशाह जी महाराज जी का फरमान है, भई प्राप्त मानुख देहरिया गोबिंद मिलन की ए तेरी बरिया। मनुखा देही दे विच उस प्रभु पिता परमात्मा का सिमरन करना है। कई मनुख जिन्हां उत्ते परमात्मा की मेहर नहीं हुंदी वो सत्संग तो दूर रहिंदे ने। सतगुरु रविदास जी महाराज समझाते ने, सत संगत मिल रही है माधो जैसे मदप मखीरा। इस धुर की बाणी विच सतगुरु रविदास जी महाराज जी ने जिहड़े अर्थ सानू समझाए ने वो बड़े गहरे आ। शहद दियां मक्खियां ने काम वंडिया हुंदा। कुछ मक्खियां पराग इकट्ठा करदियां ने, कुछ मक्खियां बच्चे दिंदियां ने, कुछ मक्खियां वो हैक्सागोनल 8 खानियां वाला घर बनाउंदियां ने, कुछ मक्खियां शहद के छत्ते की राखी करदियां ने
ਰਾਤ ਹੁੰਦੇ ਸਮੇਂ ਹੀ ਸਾਰੀਆਂ ਰਾਤ ਇਕੱਠੀਆਂ ਬਿਤਾਉਂਦੀਆਂ ਨੇ। ਅਸੀਂ ਵੀ ਸਾਰੇ ਕੋਈ ਕਿਰਤ ਕੋਈ ਕਰਦਾ, ਕੋਈ ਕਿਰਤ ਕੋਈ ਕਰਦਾ, ਲੇਕਿਨ ਗੁਰਦੁਆਰਾ ਸਾਹਿਬ ਸਾਡਾ ਛੱਤ ਆ, ਸਾਡਾ ਮਧੂ ਮੱਖੀਆਂ ਵਰਗਾ ਛੱਤ ਆ, ਜਿੱਥੇ ਅਸੀਂ ਇਕੱਤਰ ਹੋ ਕੇ ਅਸੀਂ ਆਪਣੇ ਮਨੁੱਖਾ ਦੇਹੀ ਦੇ ਅੰਦਰ ਜਿਹੜੇ ਸਾਨੂੰ ਕਰਤੱਵ, ਜਿਹੜੇ ਸਾਨੂੰ ਕੰਮ, ਜਿਹੜੇ ਸਾਨੂੰ ਕਾਰਜ ਬਖਸ਼ੇ ਹੋਏ ਨੇ, ਉਹ ਅਸੀਂ ਆਪਣੇ ਪੂਰਨ ਕਰਨੇ ਨੇ। ਇੱਥੇ ਸ਼ਹਿਦ ਦੀਆਂ ਮੱਖੀਆਂ ਦੀ ਐਗਜ਼ਾਮਪਲ ਸਾਨੂੰ ਦਿੱਤੀ ਗਈ ਹੈ। ਸਤ ਸੰਗਤ ਮਿਲ ਰਹੀ ਹੈ ਮਾਧੋ, ਸਤ ਸੰਗਤ, ਸੱਚ ਦੀ ਸੰਗਤ ਵਿੱਚ ਇਵੇਂ ਜੁੜਨਾ ਹੈ ਜਿਵੇਂ ਸ਼ਹਿਦ ਦੀਆਂ ਮੱਖੀਆਂ ਰਾਤ ਵੇਲੇ ਆਪਣੇ ਸਾਰੇ ਕਾਰਜਾਂ ਤੋਂ ਵਿਹਲੀਆਂ ਹੋ ਕੇ ਇੱਕ ਜਗ੍ਹਾ ਤੇ ਇਕੱਠੀਆਂ ਹੋ ਜਾਂਦੀਆਂ ਨੇ। ਪਰ ਮਨੁੱਖ ਵਿਸ਼ੇ ਵਿਕਾਰਾਂ ਦੇ ਅੰਦਰ ਐਸਾ ਗ੍ਰਸ ਹੋ ਜਾਂਦਾ ਹੈ, ਐਸਾ ਫਸ ਜਾਂਦਾ ਹੈ ਕਿ ਉਹਨਾਂ ਨੂੰ ਭੋਗਾਂ ਦਾ ਸਵਾਦ ਪੈ ਜਾਂਦਾ ਹੈ। ਚੰਗੇ ਤੇ ਮਾੜੇ ਦੀ ਸੋਝੀ, ਜਿਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੰਦਰ ਵਿਵੇਕ ਬੁੱਧੀ ਕਿਹਾ ਹੈ, ਉਹ ਨਹੀਂ ਰਹਿੰਦੀ। ਜੈਸੇ ਗੁਰਬਾਣੀ ਦਾ ਫਰਮਾਨ ਹੈ, ਬਿਖ ਫਲ ਮੀਠ ਲਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ। ਮਾਇਆ ਦੇ ਬਿਖ ਫਲ ਵਿੱਚ ਫਸੇ ਹੋਏ ਐਸੇ ਬੰਦੇ ਅੰਦਰ ਪਸ਼ੂ ਬਿਰਤੀ ਉਜਾਗਰ ਹੋ ਜਾਂਦੀ ਹੈ। ਪਸ਼ੂਆਂ ਦੇ ਅੰਦਰ ਵੀ ਕੋਈ ਨਾ ਕੋਈ ਐਸਾ ਔਗਣ ਹੈ ਜਿਨ੍ਹਾਂ ਕਰਕੇ ਉਹ ਫਸ ਜਾਂਦੇ ਹਨ, ਜਿਨ੍ਹਾਂ ਕਰਕੇ ਉਹ ਆਪਣਾ ਜੀਵਨ ਖਤਰੇ ਵਿੱਚ ਪਾ ਲੈਂਦੇ ਹਨ। ਹਾਥੀ ਅੰਦਰ ਕਾਮ, ਹਿਰਨ ਦੇ ਅੰਦਰ ਕੰਨਾਂ ਦਾ ਰਸ, ਰਾਗ ਸੁਣਨ ਦਾ ਚਸਕਾ, ਮੱਛੀ ਦੇ ਅੰਦਰ ਖਾਣ ਦਾ ਚਸਕਾ, ਪਤੰਗੇ ਭਮੱਕੜ ਜਿਹਨੂੰ ਕਹਿੰਦੇ ਆਪਾਂ ਦੁਆਬੇ ਵਾਲੇ, ਰੌਸ਼ਨੀ ਨੂੰ ਦੇਖਣ ਦਾ ਚਸਕਾ, ਭੌਰੇ ਨੂੰ ਸੁੰਘਣ ਦਾ ਚਸਕਾ। ਇਹ ਸਾਰੇ ਦੇ ਸਾਰੇ ਜਿਹੜੇ ਜੀਵਾਂ ਦਾ ਜ਼ਿਕਰ ਕੀਤਾ ਹੈ, ਇਹ ਸਾਰੇ ਜੀਵ ਇੱਕ ਚਸਕੇ ਦੇ ਕਰਕੇ ਆਪਣਾ ਜੀਵਨ ਵਿਅਰਥ ਗਵਾ ਲੈਂਦੇ ਨੇ। ਇਹ ਪੰਜੇ ਚਸਕੇ ਜਿਨ੍ਹਾਂ ਉੱਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਹੈ, ਇਸ ਮਨੁੱਖ ਦੇ ਅੰਦਰ ਬਿਰਾਜਮਾਨ ਹਨ। ਇਹ ਪੰਜਾਂ ਜੀਵਾਂ ਵਿੱਚ ਤੇ ਪੰਜ ਚਸਕੇ ਨੇ, ਪਰ ਇਕੱਲੇ ਮਨੁੱਖ ਦੇ ਅੰਦਰ ਪੰਜੋ ਚਸਕੇ ਨੇ। ਫਿਰ ਮਨੁੱਖ ਦਾ ਕਲਿਆਣ ਕਿਵੇਂ ਹੋ ਸਕਦਾ ਹੈ? ਪਸ਼ੂ ਤੇ ਵਿਚਾਰਹੀਣ ਹੈ, ਉਹਨਾਂ ਦਾ ਇਸ ਤੋਂ ਛੁਟਕਾਰਾ ਪਾਉਣਾ ਤੇ ਅਸੰਭਵ ਹੈ। ਪਰ ਮਨੁੱਖ ਕੋਲ ਤੇ ਵਿਵੇਕ ਬੁੱਧੀ ਹੈ ਨਾ। ਇਸ ਵਾਸਤੇ ਮਨੁੱਖ ਨੂੰ ਤਾਂ ਇਸ ਬਾਰੇ ਸੋਚ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ। ਇਸ ਮਨੁੱਖਾ ਜਨਮ ਵਿੱਚ ਆ ਕੇ ਕੀ ਖੱਟਿਆ? ਕੀ ਇਹ ਜਨਮ ਜੂਏ ਵਿੱਚ ਤਾਂ ਨਹੀਂ ਹਾਰ ਕੇ ਚੱਲਿਆ? ਮੈਂ ਆਪਣੀ ਸੁਸਾਇਟੀ ਨੂੰ, ਆਪਣੇ ਸਮਾਜ ਨੂੰ ਮੈਂ ਕੀ ਦਿੱਤਾ ਹੈ? ਇੱਕ ਵਾਰੀ ਵਿਚਾਰ ਕਰਕੇ ਦੇਖੋ। ਸਾਡੇ ਕੋਲ ਤੇ ਉੱਡਾ ਵੱਡਾ ਕਾਰਜ ਨਹੀਂ ਹੈ। ਸਾਡੇ ਕੋਲ ਤੇ ਸਾਡੇ ਮਹਾਂਪੁਰਖ ਸਾਡੇ ਲਈ ਉਹ ਕਾਰਜ ਕਰਕੇ ਗਏ ਨੇ ਜਿਹਦਾ ਪ੍ਰਚਾਰ ਤੇ ਪਸਾਰ ਅਸੀਂ ਕਰਨਾ ਤੇ ਆਪਣੇ ਜੀਵਨ ਨੂੰ ਉਹਦੇ ਮੁਤਾਬਕ ਢਾਲਣਾ ਹੈ। ਇਸ ਕਰਕੇ ਮਨੁੱਖ ਨੂੰ ਸਤ ਸੰਗਤ ਵਿੱਚ ਜਾ ਕੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਮਨ ਦੇ ਭੁਲੇਖੇ ਦੂਰ ਕਰਨੇ ਚਾਹੀਦੇ ਹਨ। ਅਰਦਾਸ ਕਰਨੀ ਚਾਹੀਦੀ ਹੈ ਕਿ ਐ ਪਰਮਾਤਮਾ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਮੇਰੀ ਆਪ ਰੱਖਿਆ ਕਰ ਤੇ ਵਿਸ਼ੇ ਤੇ ਬਕਾਰਾਂ ਤੇ ਕੰਟਰੋਲ ਕਰਨ ਦੀ, ਕਾਬੂ ਕਰਨ ਦੀ, ਇਹਨਾਂ ਤੋਂ ਮੁਕਤੀ ਪਾਉਣ ਦੀ ਮੈਨੂੰ ਸੋਝੀ ਬਖਸ਼। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਇਸ ਸ਼ਬਦ ਦੇ ਅਰਥ ਕਰਨ ਲੱਗਿਆ, ਜਿਹੜੀ ਰਹਾਉ ਦੀ ਤੁਕਿਆ, ਮਤਲਬ ਜਿਹੜੀ ਆਧਾਰ ਆ, ਟੇਕ ਆ, ਉਹ ਹੈ ਮਾਧੋ ਅਵਿਦਿਆ ਹਿਤਕੀਨ, ਵਿਵੇਕ ਦੀਪ ਮਲੀਨ। ਹੇ ਮਾਧੋ, ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਮਾਇਆ ਦਾ ਪਤੀ ਪਰਮਾਤਮਾ, ਉਹਦੇ ਲਈ ਇਹ ਸ਼ਬਦ ਉਚਾਰਿਆ। ਮਾਧਵ, ਮਾਧਵੋ, ਬਹੁਤ ਇਹੋ ਜਿਹਾ ਸ਼ਬਦ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਉਸ ਪਰਮਾਤਮਾ ਲਈ ਵਰਤੇ ਨੇ। ਅਵਿਦਿਆ, ਮਾਧੋ ਦਾ ਅਰਥ ਹੈ ਹੇ ਮਾਇਆ ਦੇ ਪਤੀ ਪਰਮਾਤਮਾ। ਅਵਿਦਿਆ ਅਗਿਆਨਤਾ, ਹਿਤ ਮੋਹ, ਮਲੀਨ
ਮੈਲਾ ਜਾਂ ਧੁੰਦਲਾ। ਇਹਦੇ ਫਿਰ ਸ਼ਬਦੀ ਅਰਥ ਬਣਦੇ ਨੇ, ਹੇ ਪ੍ਰਭੂ, ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ, ਜਿਸ ਕਾਰਨ ਇਹਨਾਂ ਦੇ ਵਿਵੇਕ ਦਾ ਦੀਵਾ, ਚੰਗਾ ਤੇ ਮਾੜਾ ਪਛਾਣਨ ਦਾ ਦੀਵਾ ਧੁੰਦਲਾ ਹੋ ਗਿਆ ਹੈ। ਭਾਵ ਬੁਰੇ ਤੇ ਚੰਗੇ ਦੀ, ਬੁਰੇ ਤੇ ਭਲੇ ਦੀ ਪਛਾਣ ਨਹੀਂ ਕਰ ਪਾਉਂਦੇ। ਇਹ ਰਹਾਉ ਦੀ ਤੁਕਿਆ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਸ਼ਬਦ ਹੈ। ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਬਨਾਸ। ਪੰਚ ਦੋਖ ਅਸਾਧ ਜਾਮੈ ਤਾਕੀ ਕੇ ਤਕਾਸ। ਮ੍ਰਿਗ ਦਾ ਮਤਲਬ ਹੈ ਹਿਰਨ, ਮੀਨ ਦਾ ਮਤਲਬ ਹੈ ਮੱਛੀ, ਭ੍ਰਿੰਗ ਦਾ ਮਤਲਬ ਹੈ ਭੌਰਾ, ਪਤੰਗਾ, ਭੰਬੜ ਜਾਂ ਭਮੱਕੜ, ਕੁੰਚਰ ਦਾ ਹਾਥੀ, ਦੋਖ ਦਾ ਮਤਲਬ ਐਪ। ਹਿਰਨ ਨੂੰ ਘੰਡੇਲੇ ਦਾ ਨਾਦ ਸੁਣਨ ਦਾ ਰਸ ਹੈ, ਮੱਛੀ ਨੂੰ ਜੀਭ ਦਾ ਰਸ ਹੈ, ਭੌਰੇ ਨੂੰ ਫੁੱਲ ਸੁੰਘਣ ਦਾ ਚਸਕਾ ਹੈ, ਭੰਬਟ ਨੂੰ ਅੱਗ ਦੀ ਲਾਟ ਵੇਖਣ ਦਾ ਚਸਕਾ ਹੈ, ਹਾਥੀ ਨੂੰ ਕਾਮ ਦਾ ਚਸਕਾ ਹੈ। ਅਸਾਧ ਜੋ ਬਸ ਵਿੱਚ ਨਾ ਆ ਸਕਣ, ਜਾਮੈ ਜਿਸ ਮਨੁੱਖ ਵਿੱਚ। ਅਰਥ ਹਿਰਨ, ਮੱਛੀ, ਭੌਰਾ, ਭਮੱਕੜ, ਹਾਥੀ ਇੱਕ ਐਬ, ਇੱਕ ਚਸਕੇ ਦੇ ਕਰਕੇ ਉਹਨਾਂ ਦਾ ਨਾਸ਼ ਹੋ ਜਾਂਦਾ ਹੈ, ਪਰ ਮਨੁੱਖ ਵਿੱਚ ਤੇ ਪੰਜੇ ਬੈਠੇ ਨੇ। ਇਹਦੇ ਬਚਣ ਦੀ ਕਦ ਤੱਕ ਆਸ ਕੀਤੀ ਜਾ ਸਕਦੀ ਹੈ? ਤ੍ਰਿਗਦ ਜੋਨ ਅਚੇਤ ਸੰਭਵ, ਪੁੰਨ ਪਾਪ ਅਸੋਚ, ਮਨੁੱਖਾ ਅਵਤਾਰ ਦੁਰਲਭ, ਤੇਹੀ ਸੰਗਤ ਪੋਚ। ਪਦਾਰਥ ਜਿਹੜੇ ਨੇ ਤ੍ਰਿਗਦ ਜੋਨ, ਵਿੰਗੇ ਹੋ ਕੇ ਤੁਰਨ ਵਾਲੇ ਜੀਵ, ਅਚੇਤ, ਗਾਫਲ, ਵਿਚਾਰਹੀਨ, ਅਸੋਚ, ਸੋਚ ਰਹਿਤ, ਸੰਭਵ, ਮੁਮਕਿਨ, ਅਵਤਾਰ, ਜਨਮ, ਪੋਚ, ਨੀਚ, ਤੇਹੀ ਇਸ ਦੀ ਵੀ। ਪਸ਼ੂ ਆਦਿਕ ਟੇਢੀਆਂ ਤੁਰਨ ਵਾਲੀਆਂ ਜੂਨਾਂ ਦੇ ਜੀਵ ਵਿਚਾਰਹੀਨ ਹਨ। ਉਹਨਾਂ ਦਾ ਪਾਪ ਪੁੰਨ ਵੱਲੋਂ ਬੇਪਰਵਾਹ ਰਹਿਣਾ ਸੰਭਵ ਤੇ ਕੁਦਰਤੀ ਹੈ, ਪਰ ਮਨੁੱਖ ਨੂੰ ਇਹ ਜਨਮ ਮੁਸ਼ਕਿਲ ਨਾਲ ਮਿਲਿਆ ਹੈ। ਇਸ ਦੀ ਸੰਗਤ ਵੀ ਨੀਚ ਵਿਚਾਰਾਂ ਨਾਲ ਹੀ ਹੈ। ਇਸ ਨੂੰ ਤਾਂ ਸੋਚ ਕਰਨੀ ਹੀ ਚਾਹੀਦੀ ਹੈ। ਸਤਿਗੁਰੂ ਰਵਿਦਾਸ ਜੀ ਮਹਾਰਾਜ ਸਾਨੂੰ ਇਸ ਬੰਦ ਦੇ ਵਿੱਚ ਸਮਝਾ ਰਹੇ ਨੇ। ਜੀ ਜੰਤ ਜਹਾਂ ਤਹਾਂ ਲਗ, ਕਰਮ ਕੇ ਬਸ ਜਾਏ, ਕਾਲ ਫਾਸ ਅਬਦ ਲਾਗੇ, ਕਛ ਨਾ ਚੱਲੇ ਉਪਾਏ। ਜਾਏ ਜਨਮ ਲੈ ਕੇ, ਅਬਦ ਐੜਾ ਪਲਸ ਬਦ ਜੋ ਨਾਸ਼ ਹੋ ਸਕੇ, ਜੋ ਨਾਸ਼ ਨਾ ਹੋ ਸਕੇ, ਮਾਫ ਕਰਨਾ, ਉਪਾਏ ਹੀਲਾ। ਬਦ ਨਾਸ਼, ਅਬਦ ਜੋ ਨਾਸ਼ ਨਾ ਹੋ ਸਕੇ। ਹੁਣ ਇਹਦੇ ਅਰਥ ਬਣਦੇ ਨੇ, ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿੱਥੇ ਵੀ ਸਾਰਿਆਂ ਨੂੰ ਆਤਮਕ ਮੌਤ ਦੀ ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁਛ ਪੇਸ਼ ਨਹੀਂ ਜਾਂਦੀ। ਰਵਿਦਾਸ ਦਾਸ ਉਦਾਸ ਤਜ, ਤਜ ਭ੍ਰਮ ਤਪਨ ਤਪ ਗੁਰ ਗਿਆਨ, ਭਗਤ ਜਨ ਪੈ ਹਰਨ ਪਰਮਾਨੰਦ ਕਰਹੋ ਨਿਧਾਨ। ਇਹਦੇ ਪਦ ਅਰਥ ਨੇ ਉਦਾਸ, ਵਿਕਾਰਾਂ ਤੋਂ ਉਪਰਾਮ, ਤਪਨ ਤਪ, ਤਪਾਂ ਦਾ ਤਪ, ਗੁਰ ਗਿਆਨ ਸਤਿਗੁਰੂ ਦਾ ਗਿਆਨ, ਨਿਦਾਨ ਆਖਰ। ਹੇ ਰਵਿਦਾਸ, ਹੇ ਪ੍ਰਭੂ ਦੇ ਦਾਸ, ਤੂੰ ਤਾਂ ਵਿਕਾਰਾਂ ਦੇ ਮੋਹ ਵਿੱਚੋਂ ਨਿਕਲ, ਭਟਕਣ ਛੱਡ ਦੇ, ਤਪਾਂ ਦਾ ਤਪ, ਸਤਿਗੁਰੂ ਦਾ ਗਿਆਨ ਕਮਾ, ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ ਹੇ ਪ੍ਰਭੂ, ਆਖਰ ਮੈਨੂੰ ਰਵਿਦਾਸ ਨੂੰ ਵੀ ਆਪਣਾ ਪਿਆਰ ਤੇ ਪਰਮ ਆਨੰਦ ਬਖਸ਼ੋ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਭਾਵ ਇੱਕ ਵਿਕਾਰ ਹੀ ਨਹੀਂ ਮਾਣ, ਇੱਕ ਵਿਕਾਰ ਦੇ ਕਰਕੇ ਪੰਜ ਜੀਵਾਂ ਦਾ ਜ਼ਿਕਰ ਸਤਿਗੁਰੂ ਸਾਹਿਬ ਕਰਦੇ ਨੇ, ਉਹਨਾਂ ਦਾ ਵਿਨਾਸ਼ ਹੋ ਜਾਂਦਾ ਹੈ। ਮਨੁੱਖ ਨੂੰ ਤਾਂ ਪੰਜੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਚਿੰਬੜੇ ਹੋਏ ਨੇ। ਆਪਣੇ ਉਦਮ ਨਾਲ ਮਨੁੱਖ ਸਮਝ ਦੇ ਨਾਲ, ਗਿਆਨ ਦੇ ਨਾਲ ਦੀਵਾ ਸਾਫ਼ ਰੱਖ ਨਹੀਂ ਸਕਦਾ। ਆਪਣੇ ਉਦਮ ਦੇ ਨਾਲ ਮਨੁੱਖ ਸਮਝ ਦਾ ਦੀਵਾ ਸਾਫ਼ ਨਹੀਂ ਰੱਖ ਸਕਦਾ। ਪ੍ਰਭੂ ਦੀ ਸ਼ਰਨ ਪਿਆ ਹੀ ਇਹਨਾਂ ਸਭ ਤੋਂ ਬਚਾ ਕੀਤਾ ਜਾ ਸਕਦਾ ਹੈ ਜੀ। ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ,
ਜਿਨ੍ਹਾਂ ਨੇ ਵਿਵੇਕ ਦੀ ਗੱਲ ਕੀਤੀ, ਬੁੱਧ ਦੀ ਗੱਲ ਕੀਤੀ, ਅਕਲ ਦੀ ਗੱਲ ਕੀਤੀ, ਪਰਮਾਤਮਾ ਨੂੰ ਪਰਮਾਨੰਦ, ਉਹਦੀ ਭਗਤੀ ਵਿੱਚ ਜੁੜ ਕੇ ਪਰਮਾਨੰਦ, ਪਰਮ ਆਨੰਦ, ਪਰਮ ਜਮਾ ਆਨੰਦ ਉਹ ਪ੍ਰਾਪਤ ਹੋ ਸਕਦਾ ਹੈ। ਇਹ ਸ਼ਬਦ ਜਿਹੜਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਉਚਾਰਿਆ ਹੋਇਆ ਜੀ, ਅੱਜ ਮੈਂ ਇਹ ਵਿਆਖਿਆ ਕੀਤੀ ਹੈ। ਦਾਸ ਨੇ ਕਥਾ ਦੇ ਦੌਰਾਨ ਭੁੱਲਾਂ ਬੜੀਆਂ ਕੀਤੀਆਂ ਹੋਣਗੀਆਂ। ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਬਖਸ਼ਿੰਦ ਪਾਤਸ਼ਾਹ ਹੋ, ਕਰੋ ਕਿਰਪਾ ਮੇਰੀਆਂ ਭੁੱਲਾਂ ਨਾ ਚਤਾਰਦੇ ਹੋਏ ਆਪ ਜੀ ਦੀ ਬਾਣੀ, ਆਪ ਜੀ ਦੇ ਆਸ਼ੀਸ਼ ਸਦਕਾ, ਆਪ ਜੀ ਦੇ ਆਸ਼ੀਰਵਾਦ ਸਦਕਾ ਉਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸ਼ ਬੁੱਧੀ ਦੇ ਮਾਲਕ ਹਾਂ ਜੀ, ਆਪਣੇ ਚਰਨਾਂ ਦੇ ਨਾਲ ਲਾਈ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਸਕ੍ਰਾਈਬ ਕਰੋ BBC ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।